ਤੋਂ ਪਹਿਲਾਂ ਤਾਂ ਅਸੀਂ ਇਲਾਕੇ ਦੀ ਸੰਗਤ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ, ਕਿਉਂਕਿ ਸਾਡੀ ਸਰਮੋਰ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਇਹ ਫਰਜ਼ ਬਣਦਾ ਹੈ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਇਹ ਤੁਰੰਤ ਉੱਥੇ ਪਹੁੰਚਣ। 25 ਤਰੀਕ ਦੀ ਇਹ ਘਟਨਾ ਵਾਪਰੀ, ਉਸ ਵਕਤ ਵੀ ਐਸਜੀਪੀਸੀ ਦੇ ਮੈਂਬਰ ਪਹੁੰਚੇ ਸੀਗੇ ਸਤਿਕਾਰਯੋਗ ਪਹਿਲਾਂ। ਸੋ ਮੈਂ ਆਪਾਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਹੀ ਬੈਠੇ ਹਾਂ। 2-3 ਨੁਕਤੇ ਨੇ ਸਿਰਫ ਧਿਆਨ ਵਿੱਚ ਲਿਆ ਕੇ ਫਤਿਹ ਬੁਲਾਉਂਗਾ ਜੀ, ਤੇ ਮੈਨੂੰ ਪੂਰੀ ਉਮੀਦ ਹੈ ਕਿਉਂਕਿ ਬੀਬੀ ਜੰਗੀਰ ਕੌਰ ਜੀ ਇੱਕ ਚੰਗੇ ਪੜ੍ਹੇ ਲਿਖੇ ਨੇ, ਤੇ ਇਹਨਾਂ ਦੀ ਇੱਕ ਸਾਖ ਇਹ ਹੈਗੀ ਆ ਵੀ ਇਹ ਸੁਚੱਜੇ ਢੰਗ ਨਾਲ ਗੱਲ ਹੈ ਜਿਹੜੀ ਸੁਣਦੇ ਨੇ। ਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀਆਂ ਦਾ ਦੌਰ ਚੱਲ ਰਿਹਾ ਹੈ, ਬੀਬੀ ਜੀ ਤੁਸੀਂ ਵੀ ਦਰਸ਼ਨ ਕੀਤੇ ਨੇ ਮਹਾਰਾਜ ਦੇ ਸਰੂਪ ਦੇ। ਜਦੋਂ ਕੋਈ ਦਰਸ਼ਨ ਕਰਦਾ ਹੈ ਤਾਂ ਮੇਰਾ ਖਿਆਲ ਹੈ ਸਿੱਖ ਦੀ ਗੱਲ ਛੱਡੋ, ਕੋਈ ਵੀ ਇਨਸਾਨ ਐਸਾ ਨਹੀਂ ਜਿਹਦਾ ਹਿਰਦਾ ਬਲੂੰਦਰਿਆ ਨਹੀਂ ਜਾਂਦਾ, ਜਿਹੜਾ ਭੁੱਬਾ ਮਾਰ ਕੇ ਰੋਂਦਾ ਨਹੀਂ ਹੈ। ਪਰ ਸਾਨੂੰ ਇਹ ਜ਼ਰੂਰ ਵੇਖਣਾ ਪਊਗਾ ਕਿ ਬੇਅਦਬੀ ਦਾ ਘਟਨਾਕ੍ਰਮ ਜਿਹੜਾ ਜਿੱਥੋਂ ਤੱਕ ਮੇਰੇ ਧਿਆਨ ਵਿੱਚ ਹੈ 1986 ਦੇ ਵਿੱਚ ਨਕੋਦਰ ਕਾਂਡ ਵਾਪਰਿਆ, ਉਸ ਕਾਂਡ ਦੀ ਅਜੇ ਤੱਕ ਕੋਈ ਉਕਸੁਕ ਨਹੀਂ ਹੋਈ। ਕੁਝ ਕੁ ਨੁਕਤੇ ਨੇ, ਮੈਂ ਬਹੁਤਾ ਲੰਮਾ ਸਮਾਂ ਨਹੀਂ, 2-3 ਗੱਲਾਂ ਬੀਬੀ ਜੀ ਦੇ ਧਿਆਨ 'ਚ ਲਿਆਉਂਗਾ ਤੇ ਮੈਨੂੰ ਉਮੀਦ ਹੈ ਕਿ ਸੰਗਤ 'ਚ ਅੱਜ ਜ਼ਰੂਰ ਉਹ ਗੱਲ ਕਰਕੇ ਜਾਣਗੇ। ਪਹਿਲਾਂ ਮੇਰਾ ਇੱਕ ਸਵਾਲ ਦੇ ਰੂਪ 'ਚ ਬੇਨਤੀ ਹੈ ਕਿ ਗਿਆਨੀ ਗੁਰਮੁਖ ਸਿੰਘ ਜੀ ਜਿੱਥੋਂ ਬੇਅਦਬੀਆਂ ਦਾ ਮੁੱਢ ਵੱਜਦਾ ਹੈ, ਇੱਥੇ ਦੇਖੋ ਮੈਂ ਸਿਰਫ ਇਕੱਲਾ ਆਇਆ, ਇਸ ਲਈ ਕੋਈ ਗਲਤ ਮੈਸੇਜ ਨਾ ਜਾਵੇ। ਆਪਾਂ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਾਂ, ਗੁਰੂ ਗੋਬਿੰਦ ਸਿੰਘ ਦੇ ਪੁੱਤ ਹਾਂ। ਗਿਆਨੀ ਗੁਰਮੁਖ ਸਿੰਘ ਜੀ ਜਿਹੜੇ ਆਪ ਇਹ ਗੱਲ ਕਹਿੰਦੇ ਰਹੇ ਕਿ ਸਾਨੂੰ ਤਲਬ ਕੀਤਾ ਗਿਆ, ਜਥੇਦਾਰਾਂ ਨੂੰ ਮਾਫੀ ਜਿਹੜੀ ਬਿਨਾਂ ਮੰਗਿਆ ਮੰਗਵਾਈ ਗਈ। ਉਸ ਤੋਂ ਬਾਅਦ ਗਿਆਨੀ ਗੁਰਮੁਖ ਸਿੰਘ ਜੀ ਆਪਣੇ ਵਿਚਾਰਾਂ ਤੋਂ ਮੁੱਕਰ ਗਏ। ਜੇ ਆਪਾਂ ਇਹ ਕਹੀਏ ਕਿ ਗਿਆਨੀ ਗੁਰਮੁਖ ਸਿੰਘ ਜੀ ਝੂਠ ਬੋਲਦੇ ਸੀ, ਉਹ ਬੋਲ ਸਕਦੇ ਨੇ ਝੂਠ, ਪਰ ਮੇਰਾ ਇਹ ਸਵਾਲ ਹੈ ਕਿ ਜੇ ਗਿਆਨੀ ਗੁਰਮੁਖ ਸਿੰਘ ਨੇ ਏਡਾ ਵੱਡਾ ਝੂਠ ਬੋਲਿਆ ਤਾਂ ਉਹਨੂੰ ਅਸੀਂ ਖਿਤਾਬ ਕੀ ਦਿੱਤਾ? ਉਹਨੂੰ ਅਕਾਲ ਤਖਤ ਸਾਹਿਬ ਦਾ ਹੈੱਡ ਗ੍ਰੰਥੀ ਲਾਤਾ। ਗਿਆਨੀ ਗੁਰਮੁਖ ਸਿੰਘ ਉਦੋਂ ਸੱਚ ਬੋਲ ਰਹੇ ਸੀ ਜਾਂ ਅੱਜ ਸੱਚ ਬੋਲ ਰਹੇ ਆ, ਇਹਦੀ ਤਫਤੀਸ਼ ਨਹੀਂ ਹੋਣੀ ਚਾਹੀਦੀ ਸੀ? ਦੂਸਰੀ ਮੇਰੀ ਬੇਨਤੀ ਹੈ ਕਿ ਜਦੋਂ ਮਾਫੀ ਦਿੱਤੀ ਗਈ ਤਾਂ ਸੰਗਤ ਨੇ ਡਟ ਕੇ ਵਿਰੋਧ ਕੀਤਾ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 90 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਦਿੱਤੇ ਗਏ ਅਖਬਾਰਾਂ ਨੂੰ, 90 ਲੱਖ ਰੁਪਏ ਦੇ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ ਗਏ। ਤਾਂ ਉਸ ਗੱਲ ਦੇ ਉੱਤੇ ਜਦੋਂ 338 ਸਰੂਪਾਂ ਦਾ ਮਸਲਾ ਸੀਗਾ ਤਾਂ ਉਸ ਵਕਤ 328 ਸਰੂਪਾਂ ਦਾ, ਤਾਂ ਸੀਏ ਕੋਹਲੀ ਤੋਂ ਰਿਕਵਰੀ ਦੀ ਗੱਲ ਚੱਲੀ ਹੈ। ਅਸੀਂ ਧੰਨਵਾਦ ਕਰਦੇ ਹਾਂ ਕਿ ਸੀਏ ਕੋਹਲੀ ਨੇ ਆਪਣੀ ਬਣਦੀ ਭੂਮਿਕਾ ਨਹੀਂ ਨਿਭਾਈ। ਮੇਰਾ ਇਹ ਸਵਾਲ ਹੈ ਕਿ ਗੁਰੂ ਕੀ ਗੋਲਕ ਵਿੱਚੋਂ ਜਿਹੜਾ 90 ਲੱਖ ਰੁਪਈਆ ਨਜਾਇਜ਼ ਦਿੱਤਾ ਗਿਆ ਇਸ਼ਤਿਹਾਰਾਂ ਨੂੰ, ਉਹਦੀ ਭਰਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਤੇ ਕਿਸ ਤੋਂ ਕਰਾਊਗੀ? ਤੀਜਾ ਮੇਰਾ ਇਹ ਸਵਾਲ ਹੈ ਕਿ ਮੈਂ ਬਹੁਤ ਸਤਿਕਾਰ ਕਰਦਾ ਸਾਰੇ ਐਸਜੀਪੀਸੀ ਦੇ ਉਹਨਾਂ ਮੈਂਬਰਾਂ ਦਾ ਜਿਹੜੇ ਸਵੇਰੇ ਉੱਥੇ ਮੈਮੋਰੰਡਮ ਵੀ ਦੇ ਕੇ ਆਏ। ਪਹਿਲਾਂ ਪਤਾ ਲੱਗਿਆ ਸੀ ਬੀਬੀ ਜੀ ਵੀ ਪਹੁੰਚਣਗੇ, ਸ਼ਾਇਦ ਨਹੀਂ ਪਹੁੰਚ ਸਕੇ। ਸੋ ਮੈਂ ਇਹ ਪੁੱਛਣਾ ਚਾਹੁੰਦਾ ਕਿ ਅਸੀਂ ਜਿਹੜੇ 328 ਸਰੂਪ ਨੇ ਉਹਨਾਂ ਦਾ ਮੈਮੋਰੰਡਮ ਕਿਹਨੂੰ ਦੇਣ ਵਾਸਤੇ ਜਾਈਏ? ਤੇ ਇੱਕ ਮੈਂ ਨਵਾਂ ਖੁਲਾਸਾ, ਸਾਰੀ ਪ੍ਰੈਸ ਖੜੀ ਆ, ਨੋਟ ਕਰ ਲਿਓ ਵੀਰ ਬਣ ਕੇ। ਆ ਜੀ ਮੇਰੇ ਕੋਲ ਸਾਰੇ ਡਾਕੂਮੈਂਟ ਨੇ ਤੇ ਅੱਜ ਮੈਂ ਬੀਬੀ ਜੀ ਨੂੰ ਵੀ ਇਹ ਸੌਂਪੂਗਾ। ਸਾਡੇ ਇਲਾਕੇ ਦੇ ਵਿੱਚ 2015 ਚ, ਮੈਂ ਵੈਸੇ ਲਗਾਤਾਰ ਇਹ ਗੱਲ ਕਰ ਰਹੀ ਹਾਂ ਤੇ ਜਿੱਥੇ ਜਿੱਥੇ ਪਹੁੰਚਾਉਣਾ ਚਾਹੀਦਾ ਸੀ ਪਹੁੰਚਾ ਰਹੇ ਹਾਂ, ਮਲੇਰਕੋਟਲਾ ਇਲਾਕੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 35 ਸਰੂਪ, ਬੜੀ ਇੰਪੋਰਟੈਂਟ ਗੱਲ ਹੈ, ਹੁੱਲੜਬਾਜੀ ਦਾ ਕੋਈ ਮਸਲਾ ਨਹੀਂ, ਬੜੇ ਧਿਆਨ ਨਾਲ ਸੁਣੋਗੇ, ਤੁਸੀਂ ਸੁਣ ਰਹੇ ਹੋ। 328 ਸਰੂਪ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ 25 ਸਰੂਪ, ਕੋਈ ਗੱਲ ਨਹੀਂ, ਬੜੇ ਆਰਾਮ ਨਾਲ ਬੈਠੋ, ਆਪਾਂ ਸਭੇ ਨਾਲ ਗੱਲ ਕਰ ਰਹੇ ਹਾਂ। ਹਾਂਜੀ ਮੈਂ ਸੁਣ ਰਿਹਾ, ਮੈਂ ਦੱਸ ਦਿੰਦਾ, ਕੋਈ ਨਹੀਂ, ਮੇਰਾ ਸਾਰਾ ਜਾਣ। ਮੈਂ ਦੱਸ ਗੁਰੂ ਗ੍ਰੰਥ ਸਾਹਿਬ ਜੀ ਦੇ, ਸੁਣਿਓ ਪਲੀਜ਼ ਆ ਗੱਲ, ਮਲੇਰਕੋਟਲਾ ਇਲਾਕੇ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ 35 ਸਰੂਪ ਚੱਕੇ ਗਏ। 35 ਸਰੂਪ, ਸੁਣੋ ਭੈਣ ਜੀ ਪਲੀਜ਼, 35 ਸਰੂਪ ਚੱਕੇ ਗਏ, 250 ਪੋਥੀਆਂ ਚੱਕੀਆਂ ਗਈਆਂ ਗੁਰੂ ਗ੍ਰੰਥ ਸਾਹਿਬ ਦੀਆਂ। ਅਸੀਂ ਉਹ ਬੰਦਿਆਂ ਦਾ ਪਤਾ ਕੀਤਾ ਵੀ ਕੌਣ ਨੇ, ਕਿਸੇ ਗੁਰਸਿੱਖ ਵੀਰ ਨੇ ਪੁੱਛਿਆ ਤੁਹਾਨੂੰ ਅਥਾਰਟੀ ਕਿਹਨੇ ਦਿੱਤੀ ਆ, ਤਾਂ ਉਹਨਾਂ ਨੇ ਇੱਕ ਲੈਟਰ ਦਿਖਾਤਾ। ਇਹ ਲੈਟਰ ਹੈ ਜੀ, ਇਹਦੇ ਤੇ ਉਹਨਾਂ ਨੇ ਮੰਗਿਆ ਕਿ ਸਾਨੂੰ ਇਜਾਜ਼ਤ ਦਿੱਤੀ ਜਾਵੇ ਇਸ ਸਰੂਪ ਦੀ। ਤਾਂ ਇਹਦੇ ਤੇ ਜਿਹੜੀ ਸੇਵਾ ਕਰਨ ਵਾਲੀ ਸੰਸਥਾ ਬੀਬੀ ਜੀ, ਨਾ ਤਾਂ ਉਹਦਾ ਨੰਬਰ ਲਿਖਿਆ, ਨਾ ਉਹਦਾ ਕੋਈ ਨਾਮ ਲਿਖਿਆ,
ना बंदियां दा नां है, पर खाली दे उत्ते ही यानी गुरबचन सिंह जी ने उदों हस्ताक्षर करके दिते ने कि बिरध हो चुके स्वरूपां दी सेवा संभाल दी आग्या है। इसे दे आधार ते मेरे को सारा रिकॉर्ड है कि साडे मरेकोटला इलाके दे विचों इन्नियां पोथीआं चुकीआं गईआं, एसजीपीसी वालों ड्यूटियां भी लगियां बंदियां दियां, पर उत्थे अमरगढ़ थाणे च FIR भी हुई। ये मसले नूं खुरद-बुरद कर दिता गया। 35 स्वरूप गुरु ग्रंथ साहिब दे कित्थे ने अजे तक किसी नूं कोई पता नहीं। सो मैं ये बेनती करनी चाहुंदा कि श्रोमणी गुरुद्वारा प्रबंधक कमेटी जिहड़ी साडे बजुर्गां ने खून डोल के होंद विच लिआंदी है, असीं इस गल्लों माण भी करदे हां तुहाडे ते कि तुसीं सिख रहत मर्यादा दे उत्ते डट के पहरा दिंदे हां, जिहड़ी गल दे उत्ते तुहाडा ओहदा असीं एप्रीशिएट भी करदे हां। पर मैं ये बेनती करनी चाहुंदा कि जिहड़े आ 2-3 मैं सवाल कीते है, जे ज्ञानी गुरमुख सिंह ने झूठ बोलिया उन्होंने अकाल तख्त साहिब का जथेदार क्यों लाया, 90 लाख रुपये की भरपाई वो गोलक है गुरु की जिहदे चों एक भी टका भाई मनी सिंह ने नहीं सी दिता, बंद कटवा लिया सी जकरीए तो। सो मैनूं पूरी उम्मीद है कि बीबी जंगीर कौर जी अपने कोल आके इत्थे सारियां गल्लां दे जवाब सुचज्जे ढंग नाल रखणगे, उन्हां कोल जरूर इन्हां दा कोई ना कोई जवाब होऊगा। नहीं तां जिहड़े आ जिहड़ियां गल्लां ने इन्हां दे उत्ते जरूर सारा पंथ दे वैसे ये सवाल ने तां जरूर इहदे उत्ते गलबात अपनी रखणगे, क्योंकि देखो ये कोई सियासी मसला नहीं है। 2015 च बादलों नूं कहंदे सी ते अज कैप्टन अमरिंदर सिंह दी सरकार है। कैप्टन अमरिंदर सिंह दे मोती महल तो सिर्फ 12 किलोमीटर की दूरी दे उत्ते है कल्याण पिंड, उत्थे भी इतिहासक सफरी स्वरूप चक्या गया ते ओहदी अजे तक पता नहीं लग्या, 1 साल हो गया जी। मैं ये गल कैप्टन नूं अक्सर कहना कि तुहाडे उन्हां दे घरे जद रोटी नहीं सी पकदी तां उन्हां ने गुरु हरराय साहब सच्चे पातशाह जी दे कोल जाके ढिड खड़काया सी। इन्हां दे बजुर्गां ने, काला चौधरी दे भतीजिਆਂ ने, उन्होंने कहा सी कि साडे घर रोटी नहीं पकदी। गुरु साहब ने कहा गुरु घर नूं समर्पित रहो, तुहाडे घरें कोई तोड़ नहीं आऊगी। जदों 84 ते 86 च कैप्टन ने अस्तीफा दिता, कौम सत्कार भी करदी है, पर अज जे सिर्फ सियासत करनी है इस मसले दे उत्ते सारियां धिरां ने, साडे लई शर्मसार गल कोई नहीं। मैनूं तां इह लगदा भी असीं सारियां विच ही मैं जिउंदियां जागदियां लोथां तुरे फिरदे आ, रोज कोई ना कोई खबर छप जाती है। साडे सन्मान देखो असीं तां प्रचारक हां, हदा मार के गल कर सकते हैं लोगों, पर जिहड़े साडे पावर दे विच ने वो भी सिर्फ मैमोरेंडमां तक पहुंच करते हैं, इत्थों तक गल करके निवेड़ दिंदे, आई गई कर दिंदे है। ये ना कोई पोलीटिकल मसला है, ना कोई अकाली कांग्रेसी का मसला है, ना मैं इत्थे किसी की विरोधता विच कुछ कह रहा। सारे पिंड नूं पता है कि इत्थे जदों बादल ग्रुप के लीडर आए गुरु ग्रंथ साहिब की हजूरी च, कुछ नौजवान उन्होंने नाल खलर पाउणा चाहुंदे सी। मैं कहा कि सच्चे पातशाह की हजूरी है, इत्थे आपां अपना चाहे जिड्डा मर्जी विरोधी भी आ जाए, भावें मैं उदाहरण दी सी कि इंदिरा गांधी अकाल तख्त नूं ढा के जदों दुबारे मत्था टेकदी है गुरु ग्रंथ साहिब नूं तां उन्हां नूं प्रसाद दिता गया सी, हालांकि उन्होंने कीती दा फल भी भुगता दिता गया सीगा। सो ये मेरियां इन्नियां क बेनतियां, भुलां चुकां लई माफी जी। वाहिगुरू जी का खालसा, वाहिगुरू जी की फतेह। बीबी जंगीर कौर नूं मैं बेनती करूंगा कि वो तुरंत इस गल दे उत्ते अपनी टिप्पणी जरूर दें, उस तो बाद बाकी जिवें प्रोग्राम होऊगा। धन्नवाद।